ਕਿੰਨੇ ਚੈਨਲਸ ਦੇ ਉੱਤੇ ਤੁਸੀਂ ਕੰਮ ਕਰ ਚੁੱਕੇ ਹੋ ਹੁਣ ਤੱਕ पीटीवी तो अलावा? प्राइवेट बहुत घट काम किया। प्राइवेट कट काम जी, प्राइवेट बहुत घट काम किया, जितना काम किया पीटीवी ਦੇ ਨਾਲ ਹੀ ਕੀਤਾ। अच्छा ਉਹਦੀ ਖਾਸ ਵਜ੍ਹਾ ਸੀ ਖਾਲਦ ਸਾਹਿਬ, ਕਿਉਂਕਿ ਅਸੀਂ ਅਗਰ ਸਾਡਾ ਆਰਟ ਪਿੱਛੇ ਹੈਗਾ ਨਾ, ਉਹਦੇ ਵਿੱਚ ਇੱਕ ਬਹੁਤ ਵੱਡੀ ਨਾਕਾਮੀ ਹੈਗੀ। ਪੀਟੀ ਦੇ ਵਿੱਚ ਪੀਟੀਵੀ ਜੋ ਡਰਾਮਾ ਕਰਦੇ ਸੀ ਅਸੀਂ, ਹੁਣ ਥੋੜਾ ਪੀਟੀਵੀ ਦਾ ਸਟਾਈਲ ਵੀ ਚੇਂਜ ਹੋ ਗਿਆ, ਲੇਕਿਨ ਉਸ ਟਾਈਮ ਦੇ ਉੱਤੇ ਬਾਕਾਇਦਾ ਰਿਹਰਸਲ ਹੁੰਦੀ ਸੀ ਪਹਿਲੇ ਡਰਾਮੇ ਦੀ, ਠੀਕ ਹੈ, ਡਾਇਲੌਗਸ ਹੁੰਦੇ ਸਨ, ਫਿਰ ਐਕਸੈਂਟ ਦੱਸਿਆ ਜਾਂਦਾ ਸੀ, ਐਕਟਿੰਗ ਦੱਸੀ ਜਾਂਦੀ ਸੀ। ਉਹਦੇ ਵਿੱਚ ਡਾਇਰੈਕਟਰ ਜਿਹੜਾ ਸੀ ਭਰਪੂਰ ਟਾਈਮ ਦਿੰਦਾ ਹੁੰਦਾ ਸੀ ਆਪਣੀ ਟੀਮ ਨੂੰ, ਰਿਕਾਰਡਿੰਗ ਤੋਂ ਪਹਿਲੇ ਡਾਇਰੈਕਟਰ ਦਿਮਾਗ ਦੇ ਵਿੱਚ ਉਤਾਰ ਦਿੰਦਾ ਸੀ। ਫਿਰ ਉਸ ਤੋਂ ਬਾਅਦ ਅਸੀਂ ਉਹ ਯਾਦ ਕਰਨ ਦਾ ਇੱਕ ਪ੍ਰੋਸੈਸ ਪੂਰਾ ਚੱਲਦਾ ਹੁੰਦਾ ਸੀ ਸਾਡਾ, ਐਂਡ ਦੈਨ ਅਸੀਂ ਟੇਕ ਕਰਦੇ ਤਾਂ ਐਕਟਿੰਗ ਦੇ ਵਿੱਚ ਇੱਕ ਨਿਖਾਰ ਪੈਦਾ ਹੋ ਜਾਂਦਾ ਸੀ। ਹੁਣ ਨਹੀਂ ਹੈ ਉਹ ਚੀਜ਼। ਹੁਣ ਤੇ ਤੁਹਾਨੂੰ ਸੁਬਹ ਬੁਲਾਈਦਾ, ਇੱਕ ਇੱਕ ਲਾਈਨ ਬੁਲਵਾ ਲਓ, ਠੀਕ ਹੈ, ਉਹ ਮੈਨੂਅਲ ਐਕਟਿੰਗ ਤੋਂ ਨਾ ਨਿਕਲ ਚੁੱਕਿਆ ਸੀ ਸਾਡਾ। ਤੇ ਪ੍ਰਾਈਵੇਟ ਮੈਨੂੰ ਇਸ ਲਈ ਪਸੰਦ ਵੀ ਨਹੀਂ ਹੈਗਾ ਕਿ ਯਾਰ, ਔਰ ਫਿਰ ਮਿਆਰ ਡਾਇਰੈਕਟਰ ਦਾ ਮਿਆਰ ਬੜਾ ਗਿਰ ਗਿਆ ਉਹਦੇ ਵਿੱਚ। ਡਾਇਰੈਕਟਰ ਬਸ ਨਾਮ ਦੇ ਹੈਗੇ ਨੇ, ਕੰਮ ਤੇ ਰਾਈਟਰ ਦਾ ਐਂਡ ਟੈਕਨੀਸ਼ੀਅਨ ਦਾ, ਬਾਕੀ ਡਾਇਰੈਕਟਰ ਨੇ ਕੀ ਕਰਨਾ ਹੈ, ਉਹ ਮਿਆਰ ਨਹੀਂ ਰਿਹਾ ਡਾਇਰੈਕਟਰ ਦਾ, ਕੋਈ ਨਾਮ ਐਸਾ ਨਿਕਲ ਕੇ ਆਇਆ। ਅੱਛਾ, ਅਗਰ ਅਸੀਂ ਦੁਨੀਆ ਦੇ ਪਪਟ ਸ਼ੋਅ ਦਾ ਮਤਾਲਿਆ ਕਰਦੇ ਹਾਂ, ਦੇਖਦੇ ਹਾਂ, ਤੇ ਬੜੀ ਧੂਮ ਮਚਾਈ ਹੈ ਸਕਰੀਨਾਂ ਦੇ ਉੱਤੇ ਪਪਟ ਸ਼ੋਅ ਨੇ ਜੀ, ਲੇਕਿਨ ਉਹ ਚੀਜ਼ ਸਾਨੂੰ ਪਾਕਿਸਤਾਨ 'ਚ ਨਜ਼ਰ ਨਹੀਂ ਆਉਂਦੀ। ਅਗਰ ਮਸਲ ਤਜਰਬਾ ਕੀਤਾ ਤੇ ਸ਼ਾਇਦ ਡਾਨ ਵਾਲਿਆਂ ਨੇ ਕੀਤਾ, ਡਾਨ ਨੇ ਕੀਤਾ, ਡਾਨ ਨਿਊਜ਼ ਨੇ, ਜੀ, ਪੀਟੀਵੀ ਤੋਂ ਇਲਾਵਾ ਡਾਨ ਨੇ ਕੀਤਾ, ਉਸ ਤੋਂ ਇਲਾਵਾ ਕਿਤੇ ਪਪਟ ਸ਼ੋਅ ਨਜ਼ਰ ਨਹੀਂ ਆਏ ਸਨ ਜੀ। ਇਹ ਇਸ ਵਕਤ ਸਾਡੇ ਅਗਰ ਖਲਾ ਹੈਗਾ ਨਾ ਇਹਦੇ ਵਿੱਚ, ਪਪਟ ਦੇ ਵਿੱਚ, ਉਹ ਪਾਕਿਸਤਾਨ ਦੇ ਵਿੱਚ ਬਹੁਤ ਵੱਡਾ ਖਲਾ ਹੈ। ਉਹ ਫਾਰੂਕ ਕੈਸੇ ਸਾਹਿਬ ਦੇ ਜਾਣ ਤੋਂ ਬਾਅਦ ਉਹ ਪੂਰਾ ਹੀ ਨਹੀਂ ਹੋ ਰਿਹਾ, ਹੋ ਹੀ ਨਹੀਂ ਪਾ ਰਿਹਾ, ਖਲੀਜ ਬਣ ਗਿਆ ਇੱਕ ਪੂਰਾ। ਅੱਛਾ, ਤੁਸੀਂ ਮਹਿਸੂਸ ਕਰਦੇ ਹੋ ਕਿ ਫਾਰੂਕ ਸਾਹਿਬ ਦੀ ਵਫਾਤ ਦੇ ਨਾਲ ਇਹ ਜਿਹੜੀ ਖਲੀਜ ਆ ਪਪਟ ਸ਼ੋਅ ਦੇ ਬਹੁਤ ਜ਼ਿਆਦਾ ਬਣ ਗਈ ਹੈ? ਬਹੁਤ ਜ਼ਿਆਦਾ। ਫਾਰੂਕ ਕੈਸੇ ਸਾਹਿਬ ਸਾਡੇ ਮੁਲਕ ਦੀ ਇੱਕ ਐਸੀ ਪਰਸਨੈਲਿਟੀ, ਆਈਕਨ ਪਾਕਿਸਤਾਨ ਸੇ, ਜਿਨ੍ਹਾਂ ਨੇ ਪਪਟ ਨੂੰ ਆਮ ਪਬਲਿਕ ਦੇ ਵਿੱਚ ਇੰਟਰੋਡਿਊਸ ਕਰਾਇਆ। ਤੁਸੀਂ ਇਹ ਵੇਖੋ, ਅੱਜ ਤੱਕ ਕੰਮ ਹੋਏ ਅਰਸਾ ਹੋ ਗਿਆ, ਲੇਕਿਨ ਹੈਗਾ ਅੱਜ ਵੀ ਲੋਕਾਂ ਨੂੰ ਯਾਦ ਹੈ, ਮਾਸੀ ਮੁਸੀਬਤੇ, ਬੋਂਗਾ ਬਖੀਲ, ਰੋਲਾ, ਕਿਉਂਕਿ ਉਹਨਾਂ ਨੇ ਪਬਲਿਕ ਦੇ ਮੁਆਸ਼ਰੇ ਦੀ ਜਿਹੜੀ ਸੁਸਾਇਟੀ ਉਹਦੇ ਵਿੱਚ ਪਪਟ ਇੰਟਰੋਡਿਊਸ ਕਰਾਤਾ ਸੀ। ਪਪਟ ਹਰ ਘਰ ਦੇ ਵਿੱਚ ਹੈਗਾ ਸੀ, ਲੋਕਾਂ ਨੂੰ ਨਾਮ ਪਤਾ ਲੱਗ ਗਿਆ ਸੀ। ਉਸ ਤੋਂ ਬਾਅਦ ਇਵਨ ਰਫੀ ਪੀਰ ਕੰਮ ਕਰ ਰਹੇ ਨੇ, ਔਰ ਉਹਨਾਂ ਨੇ, ਲੇਕਿਨ ਉਹਨਾਂ ਦਾ ਸਿਰਫ ਇਹ ਹੈਗਾ ਕਿ ਉਹ ਇੱਕ ਮਖਸੂਸ ਆਡੀਅנס ਲਈ ਕੰਮ ਕਰਦੇ ਨੇ। ਹੋ ਸਕਦਾ ਪਹਿਲੇ ਸ਼ਾਇਦ ਕਰ ਰਹੇ ਹੋਣ ਇਸ ਤੋਂ ਪਹਿਲੇ, ਲੇਕਿਨ ਹੁਣ ਦਾ ਮੈਨੂੰ ਨਹੀਂ ਪਤਾ ਕਿ ਜਦੋਂ ਤੱਕ ਮੈਂ ਫੀਲਡ ਦੇ ਵਿੱਚ ਹੋਰ ਸੰਭਾਲੀ ਹੈ, ਮੈਂ ਐਸਾ ਕੋਈ ਕੰਮ ਨਹੀਂ ਵੇਖਿਆ ਉਹਨਾਂ ਦਾ ਕਿ ਜਿਹੜਾ ਨਜ਼ਰ ਆਵੇ। ਫਾਰੂਕ ਸਾਹਿਬ ਤੋਂ ਬਾਅਦ ਮੇਰਾ ਖਿਆਲ ਹੈ ਕਿ ਨਹੀਂ ਪੂਰਾ ਹੋ ਰਿਹਾ, ਲੇਕਿਨ ਮੇਰੀ ਕੋਸ਼ਿਸ਼ ਹੈਗੀ ਇਨਸ਼ਾਅੱਲਾ ਬਹੁਤ ਜਲਦੀ ਮੈਂ ਇੱਕ ਪ੍ਰੋਗਰਾਮ ਪਪਟਸ ਦਾ ਲੈ ਕੇ ਆ ਰਿਹਾ। ਮੇਰੇ ਪਪਟਸ ਮੇਕਿੰਗ ਦਾ ਕੰਮ ਜਾਰੀ ਹੈ, ਔਰ ਮੈਂ ਵੈਸੇ ਹੀ ਪਪਟਸ ਇੰਟਰੋਡਿਊਸ ਕਰਾਵਾਂਗਾ ਜਿਸ ਤਰ੍ਹਾਂ ਦੇ ਕਰੈਕਟਰ ਮਾਸ਼ਰੇ ਦੇ ਅੰਦਰ ਇਨਵੋਲਵ ਹੁੰਦੇ ਨੇ। ਅੱਛਾ, ਮੇਰਾ ਇੱਕ ਸਵਾਲ ਵੈਸੇ ਹੈ ਸੀ, ਤੁਸੀਂ ਪਹਿਲਾਂ ਜ਼ਿਕਰ ਛੇੜ ਲਿਆ, ਮਤਲਬ ਇਹ ਪ੍ਰੋਗਰਾਮ ਦੁਬਾਰਾ ਜੋ ਉਹਨਾਂ ਨੇ ਪੁਤਲੀ ਤਮਾਸ਼ਾ ਕੀਤਾ, ਜਾਂ ਆਪਣਾ ਅੰਕਲ ਸਰਗਮ ਦੇ ਹਵਾਲੇ ਦੇ ਨਾਲ, ਜਾਂ ਜਿਸ ਤਰ੍ਹਾਂ ਅਸੀਂ ਡਾਨ ਨਿਊਜ਼ ਤੇ ਦੇਖਦੇ ਸਿਆਸੀ ਕਲੀਆਂ ਦੇਖੀਆਂ ਸੀ, ਤੇ ਉਸੇ ਤਰ੍ਹਾਂ ਦਾ ਪ੍ਰੋਗਰਾਮ ਦੁਬਾਰਾ ਪੀਟੀਵੀ ਤੇ ਕਿਉਂ ਨਹੀਂ ਹੋ ਸਕਦਾ? ਆਈਡੀਆ ਦਿੱਤੇ, ਹਾਲਾਂਕਿ ਉਹਨਾਂ ਦੇ ਸਾਰੇ ਕਿਰਦਾਰ ਪਏ ਨੇ, ਮਜ਼ੀਦ ਤਖਲੀਕ ਕੀਤੇ ਜਾ ਸਕਦੇ ਜੀ। ਆਈਡੀਆ ਦਿੱਤਾ ਹੈ, ਔਰ ਕਿਉਂਕਿ ਤੁਹਾਡੇ ਕੋਲ ਤਾਂ ਟੀਮ ਵੀ ਤਕਰੀਬਨ ਮੌਜੂਦ ਹੀ ਹੈ ਜੀ, ਸਾਰੀ ਟੀਮ ਫਾਰੂਕ ਸਾਹਿਬ ਦੀ, ਕਿਉਂਕਿ ਮੈਂ ਪੀਟੀਵੀ ਨਾਲ ਗੱਲ ਵੀ ਚੱਲ ਰਹੀ ਸਾਡੀ, ਔਰ ਇਵਨ ਜੋ ਮਿਸਿਸ ਫਾਰੂਕ ਕੈਸਰ ਬਾਜੀ ਨਜਮਾ ਹੈਗੇ, ਉਹਨਾਂ ਦੀ ਗੱਲ ਵੀ ਚੱਲ ਰਹੀ ਉਹਨਾਂ ਨਾਲ। ਬੇਟੇ ਅਲੀ ਉਹ ਵੀ ਇੰਟਰਸਟਿਡ ਹੈਗੇ ਨੇ ਕਿ ਇਸ ਕੰਮ ਨੂੰ ਅੱਗੇ ਚਲਾਇਆ ਜਾਏ, ਇਹਨੂੰ ਰੋਕਿਆ ਨਾ ਜਾਏ। ਅਸੀਂ ਬਹੁਤ ਜਲਦੀ ਇਨਸ਼ਾਅੱਲਾ ਇੱਕ ਸ਼ੋਅ ਲੈ ਕੇ ਐਸਾ ਹੀ ਦੁਬਾਰਾ ਆ ਰਹੇ ਹਾਂ ਕਿ ਜਿਹੜਾ ਆਵਾਮ ਨੂੰ ਬਹੁਤ ਪਸੰਦ ਆਏਗਾ, ਔਰ ਮਾਸ਼ਾਅੱਲਾ ਜੀ, ਔਰ ਤੁਹਾਡੇ ਜੈਸੇ ਲੋਕਾਂ ਦੀ ਵੀ ਸਾਨੂੰ ਰਹਿਨਮਾਈ ਉਹਦੇ ਵਿੱਚ ਚਾਹੀਦੀ। ਬਿਲਕੁਲ ਜੀ, ਬਿਲकुल, ਜੈਸਾ ਤੱਕ ਅਸੀਂ ਕਰ ਸਕਦੇ ਇਨਸ਼ਾਅੱਲਾ ਬਹੁਤ ਜਲਦੀ ਆਏਗਾ। ਅੱਛਾ, ਆਫਤਾਬ ਇਕਬਾਲ ਸਾਹਿਬ ਇਸ ਵੇਲੇ ਜਿਤਨੇ ਵੀ ਪ੍ਰੋਗਰਾਮ ਟੀਵੀ ਚੈਨਲ ਤੇ ਚੱਲ ਰਹੇ ਨੇ, ਸਿਆਸੀ ਹਵਾਲਿਆਂ ਦੇ ਨਾਲ ਜਾਂ ਇਨਫੋਟੇਨਮੈਂਟ ਹਵਾਲੇ ਦੇ ਨਾਲ, ਉਹਦੇ ਜੱਦੇ ਅਮਜਦ ਨੇ, ਉਹਨਾਂ ਨੇ ਤੁਹਾਡੀ ਥੀਏਟਰ ਇੰਡਸਟਰੀ ਦੇ ਜ਼ੀਰੋ ਤੋਂ ਹੀਰੋ ਬਣਾ ਛੱਡੇ ਜਿੰਨੇ ਫਨਕਾਰ ਸਨ। ਤੁਸੀਂ ਉਹਨਾਂ ਤੱਕ ਕਿਉਂ ਨਹੀਂ ਪਹੁੰਚ ਸਕੇ? ਅਸੀਂ ਬੜੀ ਅੱਛੀ ਗੱਲ ਕੀਤੀ। ਆਫਤਾਬ ਇਕਬਾਲ ਸਾਹਿਬ ਕਿਸੇ ਬੜਾ ਨਾਮ ਹੈਗੇ ਨੇ ਸਾਡੀ ਇੰਡਸਟਰੀ ਦਾ,
ਲੇਕਿਨ ਨੋ ਡਾਊਟ ਕਿ ਇੱਕ ਇੰਟੈਲੈਕਚੁਅਲ ਆਦਮੀ ਨੇ, ਹਰ ਤਰ੍ਹਾਂ ਦਾ ਨੌਲੇਜ ਰੱਖਦੇ ਨੇ। ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦੀ ਹੈਗੀ ਨਾ, ਇੱਕ ਸ਼ਾਇਦ ਮੈਂ ਸੋਚ ਰਿਹਾ, ਮੈਂ ਆਪਣੇ ਪਰਸਪੈਕਟਿਵ ਨਾਲ ਠੀਕ ਨਾ ਹੋਵਾਂ, ਉਹਨਾਂ ਨੇ ਥੀਏਟਰ ਤੇ ਟੀਵੀ ਨੂੰ ਇੱਕ ਜਿਹਾ ਕਰਤਾ। ਸਹੀ। ਥੀਏਟਰ ਅਲੱਗ ਟੈਂਪਰਾਮੈਂਟ ਦਾ, ਟੈਲੀਵਿਜ਼ਨ ਆਪਣੀ ਟੈਂਪਰਾਮੈਂਟ ਦਾ। ਦੇਖੋ ਹਰ ਬੰਦਾ ਹੀ ਹੁਣ ਮਜ਼ਾਕ ਤੇ ਚਲਾ ਗਿਆ। ਕੋਈ ਵੀ ਪ੍ਰੋਗਰਾਮ ਅਸੀਂ ਸ਼ੁਰੂ ਕਰਦੇ ਹਾਂ, ਕੋਈ ਵੀ ਚੈਨਲ ਸ਼ੁਰੂ ਕਰਦਾ ਹੈ, ਚਾਹੇ ਗਵਰਨਮੈंट स्टेट चैनल क्यों ना हो, वो भी कहता है यार उस तरह, तो इसका मतलब है थिएटर इकट्ठा हो। साढ़े टीचर फारूक कैसे साहब कहते हैं कि आपको पता होना चाहिए कि टेलीविजन पे काम कैसा करना है और थिएटर पे काम कैसा करना है, दोनों डिफरेंट हैं। ठीक है, तो वो चीज़ ਦਾ ਹੈ ਥੋੜਾ ਐਲੀਮੈਂਟ। ਬਾਕੀ ਉਹਨਾਂ ਨੇ ਨੋ ਡਾਊਟ ਕਿ ਬੜੀ ਉਹਨਾਂ ਦਾ, ਲੇਕਿਨ ਦੇਖੋ ਨਾ, ਇੱਕ ਮੈਂ ਸਮਝਦਾ ਵਾਂ ਕਿ ਉਹਨਾਂ ਨੇ ਇੱਕ ਨਵਾਂ ਜਿਹੜਾ ਤਜਰਬਾ ਕੀਤਾ ਟੀਵੀ ਦੀ ਤਾਰੀਖ ਦੇ ਵਿੱਚ, ਉਹ ਬਿਹਤਰ ਆ। ਥੀਏਟਰ ਤੇ ਇੱਕ ਆਮ ਪਬਲਿਕ ਵੀ ਜਿਹੜੀ ਚੌਂਕ ਜਾਂਦੀ ਆ, ਦੇਖਦੀ ਹੈ। ਉਦਾਂ ਤੁਸੀਂ ਬੈਠ ਕੇ ਜਿੰਨੀ ਮਰਜ਼ੀ ਗੱਲਾਂ ਕਰਕੇ ਚਲੇ ਜਾਓ, ਲੇਕਿਨ ਜੋ ਥੀਏਟਰ ਸ਼ੁਰੂ ਹੁੰਦਾ, ਭਾਵੇਂ ਉਹ ਟੀਵੀ ਤੇ ਸ਼ੁਰੂ ਹੁੰਦਾ, ਪਬਲਿਕ ਬਹਿ ਜਾਂਦੀ, ਸੁਣਦੀ ਉਹਨੂੰ। ਤੁਸੀਂ ਸਾਰੇ ਮਾਸਟਰ ਨੂੰ ਨਾ ਮਜ਼ਾਈਆ ਹੀ ਬਣਾਤਾ ਹੈ। ਮਸਲਨ ਜਨਰਲੀ ਗੱਲ ਕਰ ਰਹੇ ਹਾਂ ਕਿ ਤੁਸੀਂ ਟੈਲੀਵਿਜ਼ਨ ਵੇਖੋ, ਮਜ਼ਾਈਆ ਹੀ ਚੱਲ ਰਿਹਾ ਹੈ, ਹਰ ਪਾਸੇ ਮਜ਼ਾਈਆ ਚੱਲ ਰਿਹਾ। ਇੱਕ ਪਾਸੇ ਆ ਹੈ ਨਾ ਕਿ ਕੜਵੀ ਗੋਲੀ ਹਮੇਸ਼ਾ ਮਠਾਸ ਦੇ ਨਾਲ ਹੀ ਦਿੱਤੀ ਜਾਂਦੀ ਹੈ, ਥੋੜੀ ਸ਼ੂਗਰ ਕੋਟਡ ਤੇ ਹੋਣੀ ਚਾਹੀਦੀ ਨਾ। ਹਰ ਗੋਲੀ ਵੀ ਕੜਵੀ ਨਹੀਂ ਹੁੰਦੀ, ਹਰ ਗੋਲੀ ਵੀ ਕੜਵੀ ਨਹੀਂ ਹੁੰਦੀ। ਦੇਖੋ ਸਮਝਾਣ ਦੇ, ਅਸੀਂ ਜਿਸ ਦੌਰ ਦੀ ਟੈਲੀਵਿਜ਼ਨ ਵੇਖਿਆ, ਸਾਡੇ ਨਾਲ ਫਾਰੂਕ कैसर साहब सन, अनवर मकसूद साहब सन, कमाल अहमद रिजवी, अतर खान जेदी साहब सन। क्या वो ए कॉमेडी कर रहे सन, जो कॉमेडी स्टाइल। अच्छा ਹੁਣ ਤੁਸੀਂ ਵੀ ਮਾਸ਼ਾਅੱਲਾ ਇੱਕ ਅੱਛੇ ਰਾਈਟਰ ਹੋ, ਮਜ਼ਾਕ ਤੁਸੀਂ ਵੀ ਲਿਖਦੇ ਹੋ। क्या ਉਹ ਜਿਹੜੀ ਮਜ਼ਾਕ ਸੀ ਔਰ ਇਹ ਮਜ਼ਾਕ ਫਰਕ ਨਹੀਂ ਹੈਗਾ? क्या उस मजाक ਨੂੰ ਲੋਕ ਆਪਣੇ ਸੈਂਸ ਦਿਮਾਗ ਦੇ ਵਿੱਚ ਬਿਠਾਉਂਦੇ ਨਹੀਂ ਹੈਗੇ? ਨਹੀਂ ਨਹੀਂ, ਉਹ ਤੁਹਾਡੀ ਗੱਲ ਸਹੀ ਆ, ਮਤਲਬ ਲੇਕਿਨ ਇੱਕ ਸਟਾਈਲ ਦਾ ਫਰਕ ਆ ਗਿਆ। ਸਟਾਈਲ ਦੇਖੋ, ਇੱਕ ਸਟਾਈਲ ਹੈ, ਦੁਨੀਆ ਦੇ ਦੇਖਣ ਦਾ ਫਰਕ ਆ ਗਿਆ, ਸਟਾਈਲ ਦਾ ਫਰਕ ਹੈ। ਉਸ ਨੂੰ ਅਸੀਂ ਅਡਾਪਟ ਕਰ ਲਈਏ ਕਿ ਹਰ ਚੈਨਲ ਉਸੇ ਤਰ੍ਹਾਂ ਚਲਾ ਜਾਏ, ਤੇ ਫਿਰ ਤੇ ਸਟਾਈਲ ਖਤਮ ਹੈ। ਤੁਸੀਂ ਅਨਵਰ ਮਕਸੂਦ ਸਾਹਿਬ ਦੀ ਗੱਲ ਕਰਦੇ ਹੋ, ਅਤਰ ਸ਼ਾਹ ਜੇਦੀ ਦੀ ਗੱਲ ਕਰਦੇ ਹੋ, ਲੇਕਿਨ ਤੁਸੀਂ ਇਹ ਵੀ ਤਾਂ ਦੇਖੋ ਨਾ ਕਿ ਆਫਤਾਬ ਇਕਬਾਲ ਸਾਹਿਬ ਨੇ ਕਿੱਡੀ ਤੁਹਾਡੀ ਥੀਏਟਰ ਜਾਂ ਮੀਡੀਆ ਇੰਡਸਟਰੀ ਨੂੰ, ਕਿੰਨੇ ਲੋਕਾਂ ਨੂੰ ਰੋਜ਼ਗਾਰ। ਉਹ ਇੱਕ ਅਲੱਗ ਚੈਪਟਰ ਹੈਗਾ, ਠੀਕ ਹੈ ਜੀ। ਲੇਕਿਨ ਮੈਂ ਉਸਸੇ ਮੈਂ ਨਾਰਾਜ਼ ਨਹੀਂ ਹੈਗਾ। ਨਹੀਂ, ਲਿਖਣ ਦੇ ਹਵਾਲੇ ਦੇ ਨਾਲ ਤੁਹਾਡੀ ਗੱਲ ਸਹੀ ਹੈ ਕਿ ਚਲੋ ਉਹ ਚੀਜ਼ਾਂ ਕੁਝ ਹੋਰ ਸਨ, ਇਹ ਚੀਜ਼ਾਂ ਕੁਝ ਹੋਰ ਚੀਜ਼ਾਂ ਨੇ। ਅਸੀਂ ਅੱਜ ਵੀ, ਸਾਨੂੰ ਯਾਰ 50-50 ਅੱਜ ਵੀ ਨਹੀਂ ਲੋਕਾਂ ਨੂੰ ਭੁੱਲਦਾ, ਠੀਕ ਹੈ ਜੀ। ਅੱਛਾ ਜੀ, ਅਨਵਰ ਮਕਸੂਦ ਸਾਹਿਬ ਦੇ ਪ੍ਰੋਗਰਾਮ ਅੱਜ ਵੀ ਨਹੀਂ ਭੁੱਲ। ਇਵਨ ਲਹਿਰੀ ਸਾਹਿਬ ਦੀ ਕਾਮੇਡੀ ਵੀ ਤੁਸੀਂ ਵੇਖੋ, ਕਾਮੇਡੀ ਦਾ ਮਿਆਰ ਉਹੀ ਹੋਣਾ ਚਾਹੀਦਾ ਸੀ। ਕਮੇਡੀਅਨ ਜਿਹੜੇ ਨਾ, ਉਹਨਾਂ ਨੂੰ ਤੁਸੀਂ ਗਰੋ ਅਪ ਕਰਨਾ ਸੀ, ਠੀਕ ਹੈ। ਆਫਤਾਬ ਸਾਹਿਬ ਨੇ ਕੀਤਾ, ਵੈਲ ਡਨ, ਅੱਛੀ ਗੱਲ ਹੈ। ਛੋਟੇ ਬੰਦੇ ਨੂੰ ਵੀ ਤੁਸੀਂ ਵੱਡੇ ਪੈਮਾਨੇ ਤੇ ਲੈ ਕੇ ਜਾਓ, ਲੇਕਿਨ ਜ਼ਹਿਨੀ ਤੌਰ ਤੇ ਵੀ ਉਹਦੀ ਜਿਹੜੀ ਉਹ ਤਾਮੀਰ ਬਹੁਤ ਜ਼ਰੂਰੀ ਹੈ। ਅੱਛਾ, ਇੱਥੇ ਜਿਹੜਾ ਆਰਟਸ ਕੌਂਸਲ, ਆਲ ਇੰਡੀਆ ਆਰਟ ਕੌਂਸਲ ਜੀ, ਇੱਥੇ ਦੀ ਇੰਤਜ਼ਾਮੀਆ ਤੋਂ ਜਾਂ ਇੱਥੇ ਦਾ ਜਿਹੜਾ ਹੈ ਵਾ, ਉਦੋਂ ਤੁਸੀਂ ਮੁਤਮਿਨ ਹੈ ਕਿ ਇੱਥੇ ਆਰਟ ਦੀ ਕੋਈ ਖਿਦਮਤ ਹੋ ਰਹੀ? ਅਗਰ ਤੁਸੀਂ ਪੂਰੀ ਪੰਜਾਬ ਦੇ ਵਿੱਚ ਆਰਟਸ ਕੌਂਸਲ ਦਾ ਮੁਆਜ਼ਨਾ ਕਰੋ ਨਾ, ਇਸ ਵੇਲੇ ਰਾਵਲਪਿੰਡੀ ਆਰਟਸ ਕੌਂਸਲ ਸਭ ਤੋਂ ਬੈਸਟ ਹੈ। जितना इवेंट इधर हो रहा है, मेरा नहीं ख्याल कि लाहौर भी हो रहा होना, ठीक है। जितना कम इस आर्ट्स कौंसल, रावलपिंडी आर्ट्स कौंसल कर रही है अपने आर्ट दे लिए, वो कम कितने भी नहीं हो रहा। लेकिन बेचारे कितने मजबूर भी ने, क्योंकि जितना कम आर्ट का करना चाह रहे हैं, इन्हों को गवर्नमेंट इतना फंड ही नहीं दे रही, कितने इतना काम करेंगे। तो यह चीज़ है कि रावलपिंडी आर्ट्स कौंसल द बेस्ट हैगी। अच्छा, अपने 26 साला फनी जिहड़ा तुहाडा दौर आ, ਉਹਦੇ 'ਚ ਕੋਈ ਅਵਾਰਡਸ ਵਗੈਰਾ ਵੀ ਕੋਈ ਹਾਸਲ ਕੀਤੇ? ਕੋਈ ਗਵਰਨਮੈਂਟ ਦਾ ਅਵਾਰਡ ਵੀ ਉਹਨਾਂ 'ਚ ਕੋਈ ਸ਼ਾਮਲ ਆ ਜਾਂ ਕੋਈ? ਅਵਾਰਡ ਦੀ ਸੱਚ ਪੁੱਛੋ ਜ਼ਰੂਰਤ ਹੀ ਨਹੀਂ। ਅਵਾਰਡ ਮੈਂ ਸਮਝਣਾ ਕਿ ਜਦੋਂ ਆਪ ਤੁਸੀਂ ਕੋਈ ਰਿਮਾਰਕੇਬਲ ਕੰਮ ਹੀ ਨਹੀਂ ਕੀਤਾ, ਅਵਾਰਡ ਕੀ ਲੈਣਾ? ਇੱਥੇ ਐਸੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਪੱਲੇ ਟਕਾ ਕੰਮ ਹੀ ਨਹੀਂ ਹੈਗਾ, ਉਹ ਵੀ ਵੱਡੇ ਤੋਂ ਵੱਡਾ ਅਵਾਰਡ ਲੈ ਕੇ ਬੈਠੇ ਹੋਏ ਨੇ। ਤੇ ਮੈਂ ਨਹੀਂ ਸਮਝਦਾ ਕਿ ਅਵਾਰਡ ਪਬਲਿਕ ਹੈਗੀ ਹੈ, और ये अवार्ड माजरत के साथ, माजरत के नाल मैं तुहानू कह रहा, कोई मान ही नहीं रखते। इवन प्राइड जो बंदर बांट होनी है हर चीज अवार्ड दी, ਤੁਸੀਂ ਕੀ ਕੰਮ ਕਰਨਾ, ਠੀਕ ਹੈ। ਇੱਥੇ ਕਿੰਨੇ ਐਕਟਰ ਐਸੇ ਟੈਲੈਂਟਡ ਐਕਟਰ ਨੇ ਜਿਨ੍ਹਾਂ ਨੂੰ ਜਿਹੜੇ ਅਵਾਰਡ ਦੇ ਮੁਸਤਹਿਕ ਨੇ, ਉਹਨਾਂ ਨੂੰ ਪੁੱਛ ਨਹੀਂ ਰਹੀ ਗਵਰਨਮੈਂਟ। ਆਪ ਨਵਾਜ਼ਦੇ ਪਏ ਨੇ ਆਪਣੇ ਉਹਨਾਂ ਬੰਦਿਆਂ ਨੂੰ ਜਿਹੜੇ ਕਰੀਬੀ ਹੋ ਗਏ, ਜਿਹੜੇ ਸਿਫਾਰਿਸ਼ ਲੈ ਕੇ ਆ ਗਏ ਨੇ, ਠੀਕ ਹੈ। ਗਿਣ ਕੇ ਦੇਖ ਲਓ ਤੁਸੀਂ 2-3 ਸਾਲਾਂ 'ਚ ਮਹਿਵਿਸ਼ ਹਯਾਤ ਨੂੰ ਅਵਾਰਡ ਕਿਸ ਚੀਜ਼ ਦਾ ਮਿਲਿਆ? ਆਈ ਡੋਂਟ ਨੋ ਕਿ ਐਸਾ ਉਸਨੇ ਕੋਈ ਐਸਾ ਕੰਮ ਕੀਤਾ ਹੋਵੇ ਕਿ ਜਿਹੜਾ ਬੰਦਾ ਕਹੇ ਯਾਰ ਸੇ ਬਹੁਤ ਅੱਛਾ ਕੰਮ ਕੀਤਾ ਹੈ ਤੇ ਕਮਾਲ ਕੰਮ ਹੋ ਗਿਆ। ਮੈਨੂੰ ਸਮਝ ਨਹੀਂ ਆ ਰਹੀ। ਨਹੀਂ, ਵੈਸੇ ਇੱਕ ਅਵਾਰਡ ਜਿਹੜਾ ਵਾ
ਉਹ ਇੱਕ ਫਨਕਾਰ ਦੀ ਜਿਹੜੀ ਫਨੀ ਸਲਾਹੀਅਤ ਆ ਉਹਦਾ ਇਤਰਾਫ ਹੀ ਹੁੰਦਾ ਨਾ ਕਿ ਫਨੀ ਸਲਾਹੀਅਤ ਵੀ ਤੇ ਮਸਲ ਦੇਖੋ ਕਿਸੇ ਨੂੰ ਮਸਲ ਤੁਹਾਨੂੰ ਅਵਾਰਡ ਮਿਲ ਜਾਂਦਾ, ਜਿਹੜੇ ਦੂਸਰੇ ਸਾਥੀ ਫਨਕਾਰ ਨੇ ਉਹ ਕਹਿੰਦੇ ਨਾ ਯਾਰ ਕੋਈ ਮਿਹਨਤ ਕਰਨੀ ਚਾਹੀਦੀ ਹੈ, ਕਿਸੇ ਨਹੀਂ ਤਰ੍ਹਾਂ ਕੋਈ ਸਾਨੂੰ ਵੀ ਅਵਾਰਡ ਦੇ ਲਾਗੇ ਲਾਗੇ ਪਹੁੰਚਣਾ ਚਾਹੀਦਾ। ਨਹੀਂ ਹੈ, ਅਵਾਰਡ ਦੀ ਜ਼ਰੂਰਤ ਉੱਥੇ ਹੁੰਦੀ ਜਿੱਥੇ ਕੰਮ ਹੋਵੇ, ਜਿੱਥੇ ਕੰਮ ਹੀ ਨਹੀਂ ਹੈ ਤੇ ਅਵਾਰਡ ਦੀ ਜ਼ਰੂਰਤ ਨਹੀਂ ਹੈ। ਮੈਂ ਮਾਜ਼ਰਤ ਨਾਲ, ਮੇਰਾ ਪਤਾ ਨਹੀਂ ਮੈਂ ਕਿਉਂ ਅੰਦਰ ਦੁਖੀ ਦਿਲ ਨਾਲ ਤੁਹਾਨੂੰ ਇਹ ਗੱਲ ਕਰ ਰਿਹਾ ਕਿ ਜਿੱਥੇ ਕੰਮ ਹੀ ਨਹੀਂ ਹੈ ਉੱਥੇ ਅਵਾਰਡ ਕਿਆ ਕਰਨਾ। ਸਹੀ ਸਹੀ। ਉਹ ਜਿਹੜਾ ਕਿਸੇ ਦੌਰ 'ਚ ਨਗਾਰ ਅਵਾਰਡ, ਉਹ ਅਵਾਰਡ ਕੰਮ ਦੇ ਉੱਤੇ ਮਿਲਦੇ ਸਨ, ਉਹ ਕੰਮ ਤੇ ਸਨ ਜੀ, ਕੰਮ ਦੇ ਮਿਲਦੇ ਹੁੰਦੇ ਸਨ। ਫਿਲਮਾਂ 'ਚ ਬੜੇ ਉਹਨਾਂ ਦੇ ਪਿੱਛੇ ਨਾਮ ਵੀ ਤੇ ਦੇਖੋ ਜਿਨ੍ਹਾਂ ਦੇ ਸਾਰਿਆਂ ਨੂੰ ਮਿਲੇ ਨੇ, ਕਿ ਉਹਨਾਂ ਦੇ ਕੰਮ ਵੀ ਤੇ ਵੇਖੋ। ਇਹਨਾਂ ਦੇ ਤਾਂ ਕੰਮ ਹੀ ਨਹੀਂ ਹੈ, ਪਤਾ ਨਹੀਂ ਕਿਹੜੇ ਕਿਹੜੇ ਅਵਾਰਡ ਇਹਨਾਂ ਨੇ ਰੱਖ ਲਏ ਨੇ। ਤੇ ਇਹ ਚੀਜ਼ ਹੈਗੀ ਕਿ ਅਵਾਰਡ ਨਾ ਮਿਲਿਆ ਨਾ ਨੀਰ ਹੈਗੀ ਉਹਦੀ। ਅੱਛਾ, ਤੁਸੀਂ ਕੁਝ ਚੈਨਲਸ ਦੇ ਨਾਲ, ਸ਼ਾਇਦ ਇੱਕ ਦੇ ਚੈਨਲ ਨਾਲ ਬਤੌਰ ਪ੍ਰੋਡਿਊਸਰ ਵੀ ਕੰਮ ਕੀਤਾ ਜੀ। ਉਹ ਤਜਰਬਾ ਤੁਹਾਡਾ ਕਿਸ ਤਰ੍ਹਾਂ ਦਾ ਰਿਹਾ? ਅਦਾਕਾਰੀ ਜ਼ਿਆਦਾ ਮੁਸ਼ਕਲ ਹੈ ਜਾਂ ਪ੍ਰੋਡਕਸ਼ਨ ਜ਼ਿਆਦਾ ਮੁਸ਼ਕਲ ਹੈ? ਆਰਟ ਦੀ ਹਰ ਫਾਰਮ ਮੁਸ਼ਕਲ ਹੈ, ਅੱਛਾ। ਕੋਈ ਚੀਜ਼ ਆਸਾਨ ਨਹੀਂ ਹੈ। ठीक है नहीं, लोग कहते हैं ना कि शायद अदाकारी आसान है, डायरेक्शन मुश्किल है या फलां चीज़ आसान। हर चीज़ की अलग स्टोक, अलग नज़रिया है। ठीक है जी, हर अलग थॉट्स ने। देखो म्यूजिक कंपोजर है ना, म्यूजिक कंपोज करना बहुत मुश्किल काम है। सिंगर आके गा जाता है, सिंगर आके अपना इनपुट उस कंपोजिशन पाता है तो अगे जाके अच्छा शाकार बन जाती है। सेम इस तरह है आर्ट, एक्टिंग जी है बहुत मुश्किल काम है, पेचीदा काम है। डायरेक्शन उस तो भी ज़्यादा डेप्थ डायरेक्शन और मुश्किल है, क्योंकि एक डायरेक्टर या डायरेक्शन जी है या प्रोडक्शन जी है, बस वो प्रोड्यूसर इस काबिल होना चाहिए कि वो सारे शोबे जड़े जिन्ने भी हैं उन्होंने हावी हो। देखो एक्टर जड़ा ना ओदा सोचन दा महवर अपने करैक्टर दे विच हुंदा है। बिल्कुल सही। डायरेक्टर जड़ा है ना वो होल प्रोडक्शन देख रहा होंदा है, होल स्क्रिप्ट देख रहा होंदा है। ओदे नज़र दे विच म्यूजिक भी है, ਉਹਦੇ ਨਜ਼ਰ ਦੇ ਵਿੱਚ ਲਾਈਟਿੰਗ ਵੀ ਹੈ, ਉਹਦੇ ਵਿੱਚ ਅਕਾਸੀ ਵੀ ਹੈ, ਉਹਦੇ ਵਿੱਚ ਐਕਟਿੰਗ ਵੀ ਹੈ। ਅੱਛਾ ਜੀ, ਉਸ ਤੋਂ ਬਾਅਦ ਮਤਲਬ ਐਵਰੀਥਿੰਗ, ਸਟੈਟਿਕ ਸੈਂਸ ਵੀ ਹੈਗੀ, ਉਹਦੇ ਸੈੱਟ ਕੀ ਲੱਗਾ ਹੋਇਆ ਉਹ ਸਭ ਨੂੰ ਇੱਕ ਨਜ਼ਰ ਨਾਲ ਵੇਖਦਾ। ਸਹੀ ਹੈ ਨਾ। ਤੇ ਮੁਸ਼ਕਿਲ ਐਕਟਿੰਗ, ਮੈਂ ਨਹੀਂ ਕਹਿ ਰਿਹਾ ਐਕਟਿੰਗ ਵੀ ਮੁਸ਼ਕਿਲ ਕੰਮ ਹੈ। ਉਹਦੇ ਤੁਹਾਨੂੰ ਇਸ ਵਕਤ ਤੁਸੀਂ ਦੇਖੋ ਅਲਮੀਆ ਹੈਗਾ ਪਾਕਿਸਤਾਨ ਦੇ ਵਿੱਚ ਕਿ ਅਸੀਂ ਐਸਾ ਐਕਟਰ ਹੀ ਨਹੀਂ ਕੋਈ ਬਣਾ ਸਕੇ ਕਿ ਜਿਹਨੂੰ ਅਸੀਂ ਕਹੀਏ ਕਿ ਅੱਗੇ ਚੱਲ ਕੇ ਰੋਲ ਮਾਡਲ ਬਣੇਗਾ। ਰੋਲ ਮਾਡਲ, ਠੀਕ ਹੈ। एक्टिंग में हर चीज़ मुश्किल है जी। तुसी रेडियो तो भी काम किया? बहुत थोड़ा। FM जी, FM दे मैं काम किया। हाँ, ते वो भी तजर्बा एक अपनी आवाज़ दे नाल हाँ जी चीज़ बनानी। जी जी जी। वो एक मतलब सब तो अलग था एक चीज़, मतलब वो दूसरा ते स्क्रीन ते है, तुसी आ गए देख लिया, वो तो ताड़ी एक आवाज़ दी रिदम तानू पहुंचन दी ना लोगों तक। रेडियो ओदा फीडबैक कैसा रहा? रेडियो मेरे लिए बड़ी, मेरे एक किस्म का उस्ताद भी है रेडियो। क्योंकि रेडियो ਦੇ ਵਿੱਚ ਮੈਨੂੰ ਪਤਾ ਲੱਗਾ ਕਿ ਅਸੀਂ ਬੜੇ ਨਲਾਇਕ ਹਾਂ। ਸਹੀ। ਰੇਡੀਓ ਦੇ ਵਿੱਚ ਜਾ ਕੇ ਕਿ ਨੀਰੀ ਅਦਾਕਾਰੀ ਚੀਜ਼ ਨਹੀਂ ਹੈ, ਉਹਦੇ ਪਿੱਛੇ ਆਵਾਜ਼, ਉਹਦਾ ਤਾਸੁਰ ਰੇਡੀਓ ਬਣਾਉਂਦਾ ਹੈ। ਰੇਡੀਓ ਸਿਖਾਉਂਦਾ ਤੁਹਾਨੂੰ, ਸਿਖਾਉਂਦਾ। ਠੀਕ ਹੈ ਜੀ। ਹੁਣ ਤੁਸੀਂ ਸਿਰਫ ਆਵਾਜ਼ ਦੇ ਨਾਲ ਪੂਰੀ ਪਬਲਿਕ ਸੁਣਨ ਵਾਲੀ ਪਬਲਿਕ ਨੂੰ ਸਮਝਾ ਦੇਣਾ ਕਿ ਕੀ ਹੋ ਰਿਹਾ, ਲੈ ਪਿਚ ਕੀ ਚੀਜ਼, ਲੈ ਪਿਚ ਕੀ ਚੀਜ਼ ਹੈਗੀ ਹੈ, ਡਾਇਲੌਗ ਕੀ ਹੈਗੀ, ਕੰਮ ਕੀ ਹੋ ਰਿਹਾ, ਕੀ ਸਿਨੈਰੀਓ ਪੇਸ਼ ਕੀਤਾ ਜਾ ਰਿਹਾ, ਉਹ ਤੋਂ ਮੈਨੂੰ ਇਹ ਫਾਇਦਾ ਬੜਾ ਹੋਇਆ ਜੀ। क्योंकि मैं ਤੁਹਾਨੂੰ पहले एक गल दसी कि मेरा बचपन तो मैं बाय बॉर्न, ठीक है। और मेरी कोशिश यही रही है यार आर्ट दी हर ਜਿਹੜੀ ਟਰਮ ਹੈਗੀ ਹੈ ਉਹਨੂੰ ਟੱਚ ਕੀਤਾ ਜਾਏ, ਵੇਖਿਆ ਜਾਵੇ ਉਹਦੀ ਨਿਖਾਰ ਕੀ। ਇਵਨ ਤੁਸੀਂ ਇਹ ਰੋਮੀ ਹੈਗਾ, ਰੋਮੀ ਦੀ ਪੇਂਟਿੰਗਸ ਤੁਸੀਂ ਵੇਖ ਰਹੇ ਹੋ, ਰੋਮੀ ਦੀ ਮਾਸ਼ਾਅੱਲਾ ਇਸ ਵੇਲੇ ਸਟੂਡੀਓ 'ਚ ਤੁਸੀਂ ਬੈਠੇ ਹੋਏ ਹੋ, ਔਰ ਇਹਦੀ ਵੀ ਇੱਕ ਲਾਈਟ ਹੈ, ਇਹਦੇ ਵਿੱਚ ਪੂਰੀ ਡਾਇਰੈਕਸ਼ਨ ਛੁਪੀ ਹੋਈ ਹੈ। ਬਿਲਕੁਲ ਡਾਇਰੈਕਸ਼ਨ ਕਿ ਕਿੱਥੇ ਫੇਸ ਦੇ ਉੱਤੇ ਲਾਈਟ ਆ ਰਹੀ ਹੈ, ਕਿਹਦੇ ਉਹਦੇ ਉੱਤੇ ਸ਼ੈਡੋ ਆ ਰਿਹਾ ਹੈ, ਕਿੱਥੇ ਉਹਦਾ ਐਕਸਪ੍ਰੈਸ਼ਨ ਕੀ ਹੈ, समझ लो पूरा। तो मैं समझना कि हर एक्टर ਨੂੰ ਇਹ ਚੀਜ਼ ਸਿੱਖਣੀ ਚਾਹੀਦੀ ਹੈ, ਰੇਡੀਓ ਤੋਂ ਸਟਾਰਟ ਕਰਨਾ ਚਾਹੀਦਾ। ਗੱਲ ਵੱਧ ਗਈ ਥੋੜੀ ਜਿਹੀ, ਮੈਂ ਇੱਕ ਗੱਲ ਕਰਨਾ ਚਾਹ ਰਿਹਾ, ਸਾਡੇ ਮੁਲਕ ਦੇ ਵਿੱਚ ਨਾ ਸਟਰਗਲ ਦਾ ਟਾਈਮ ਨਹੀਂ ਰਿਹਾ ਹੁਣ ਕਿਸੇ ਕੋਲ, ਸਟਰਗਲ ਕਰਨਾ ਵੀ ਨਹੀਂ ਕੋਈ ਚਾਹੁੰਦਾ, ਕਰਨਾ ਵੀ ਨਹੀਂ ਚਾਹੁੰਦਾ। ਅੱਛਾ, ਜੋ ਸਟਰਗਲ ਕਰਕੇ ਉੱਤੇ ਆਏ ਨੇ ਨਾ, ਉਹਨਾਂ ਦੇ ਨਾਮ ਬਣੇ ਨੇ, ਨਾਮ ਸਹੀ। ਜਿਹੜੇ ਫੌਰਨ ਆ ਗਏ ਨੇ ਕੁਝ ਅਰਸੇ ਲਈ ਨੇ, ਉਹ ਚਲੇ ਜਾਣਗੇ। ਤੇ ਦੇਖਣ ਵਾਲੇ ਜਿੰਨੇ ਵੀ ਇਸ ਵੇਲੇ ਅਗਰ ਕੋਈ ਸੋਚ ਰਿਹਾ ਕਿ ਮੈਂ ਐਕਟਿੰਗ ਵਾਲੇ ਪਾਸੇ ਆਵਾਂ, ਤਾਂ ਮੈਂ ਉਹਨਾਂ ਨੂੰ ਇਹੀ ਕਹਾਂਗਾ ਯਾਰ ਇਹ ਬਹੁਤ ਮੁਸ਼ਕਿਲ ਕੰਮ ਹੈਗਾ ਜੀ, ਬੜੀ ਮੁਸ਼ਕਿਲ ਸੋਚ ਸਮਝ ਕੇ ਹੱਥ ਪਾਣਾ ਹੈ। ਤੁਹਾਡੀ ਗੱਲ ਮੈਂ ਬਤਾਉਣਾ ਕਿ ਇਸ ਵੇਲੇ ਹਰ ਕੋਈ, ਅਗਰ ਕੋਈ ਲਿਖਣ ਵਾਲਾ, ਅਗਰ ਕੋਈ ਫਨਕਾਰ ਆ, ਮਤਲਬ ਕਿਸੇ ਫੀਲਡ ਦਾ, ਉਹ ਆ ਚਾਹੁੰਦਾ ਕਿ ਰਾਤ ਮੈਂ ਬੀਜ ਬੋਵਾਂ ਤੇ ਸੁਬਾਹ ਨੂੰ ਤਨਾਵਰ ਦਰਖਤ ਬਣਿਆ ਹੋਵੇ, ਮੈਂ ਉਹਦਾ ਫਲ ਖਾਂਦਾ ਹਾਂ। ਐਸਾ ਹੁੰਦਾ ਨਹੀਂ ਹੈ। ਕੁਦਰਤ ਦਾ ਨਿਜ਼ਾਮ ਵੇਖ ਲਓ,
ਬਿਲਕੁਲ ਸਹੀ ਬਾਤ। ਕੁਦਰਤ ਦੇ ਨਿਜ਼ਾਮ ਨੂੰ ਕਿਸ ਤਰ੍ਹਾਂ ਤੁਸੀਂ ਉਹਨੂੰ ਕ੍ਰੈਸ਼ ਉਸ ਨੂੰ ਕਰ ਸਕਦੇ ਹੋ, ਉਹ ਨਾ ਹੋ ਸਕਦਾ ਨਾ। ਇੱਕ ਟਾਈਮ ਆ, ਮਸਲ ਟਾਈਮ ਆਉਂਦਾ। ਬਿਲਕੁਲ ਦੇਖੋ ਵਕਤ ਦਾ ਇੰਤਜ਼ਾਰ ਕਰਨਾ ਚਾਹੀਦਾ, ਮਿਹਨਤ ਕਰੋ, ਵਕਤ ਦਾ ਇੰਤਜ਼ਾਰ ਕਰੋ, ਗੋਡੀ ਜਿਹੜੀ ਆ ਨਾ ਉਹ ਨਾ ਛੱਡੋ, ਮਿਹਨਤ ਆਪਣੀ ਪੂਰੀ ਹਾਂ। ਅੱਛਾ, ਮੁਸਤਕਬਲ 'ਚ ਤੁਸੀਂ ਕੋਈ ਐਸਾ ਤੁਹਾਡੇ ਜ਼ਿਹਨ 'ਚ ਪਲਾਨ ਕੀ ਕਰਨਾ ਚਾਹੁੰਦੇ ਹੋ? ਕੋਈ ਪਪਟ ਸ਼ੋਅ ਦੇ ਹਵਾਲੇ ਨਾਲ ਕੁਝ ਕਰਨਾ ਚਾਹੁੰਦੇ ਹੋ, ਜਾਂ ਕੋਈ ਜੀ ਫਿਲਮ ਦੇ ਹਵਾਲੇ ਨਾਲ ਕੋਈ ਹੋਰ ਡਰਾਮਾ, ਕੋਈ ਤੁਹਾਡੇ ਜ਼ਿਹਨ 'ਚ ਕੋਈ? थिएटर और फिल्म दो मीडियम मेरे बड़े करीबी ने, क्योंकि दो वाइड एंगल मीडिया है, ਸਹੀ। तो दो कितने ना कितने जाके ना दी सिर सर ਪਿਛਲੇ मिलदी ਦਿਨਾਂ 'ਚ ਤੁਸੀਂ ਲਾਹੌਰ ਵੀ ਕਰਕੇ ਆਏ ਹੋ ਡਰਾਮਾ जी ਇੱਕ, दुल्ला भट्टी ਹਾਂ, जी वो भी ਬੜਾ करके ਕਾਮਯਾਬ ਤੁਹਾਡਾ बहुत drama। माशाल्लाह कामयाब होया। हुण ਅਸੀਂ ਫਿਰ ਜਾ ਰਹੇ ਹਾਂ 18 ਤੇ 19 ਦਸੰਬਰ ਨੂੰ ਅੱਛਾ ਡਰਾਮਾ ਕਰਨ ਹੀ ਰਾਂਝਾ ਜੀ। ਤੇ ਇੱਕ ਸਾਰ, ਲੇਕਿਨ ਇਹ ਵੀ ਕਿ ਇਨਸ਼ਾਅੱਲਾ ਫਿਲਮ ਦੇ ਉੱਤੇ ਤੇ ਮੇਰਾ ਬਹੁਤ ਜ਼ਿਆਦਾ ਮੇਰਾ ਜਨੂਨ ਹੈਗਾ ਫਿਲਮ ਦੇ ਉੱਤੇ। ਲੇਕਿਨ ਮਸਲਾ ਸਿਰਫ ਸਾਨੂੰ ਇਹੀ ਹੁੰਦਾ ਕਿ ਮੈਂ ਉਹ ਪ੍ਰੋਡਿਊਸਰਾਂ ਦੀ, ਉਹ ਜਿਹੜੇ ਪ੍ਰੋਡਿਊਸਰ ਆਉਂਦੇ ਨੇ ਮੇਰੇ ਕੋਲ, ਲੇਕਿਨ ਮੈਂ ਉਹ ਖਾਹਿਸ਼ ਨਹੀਂ ਪੂਰੀ ਕਰ ਸਕਦਾ, ਮੈਂ ਨਸਾ ਦੇਣਾ ਉਹਨਾਂ ਨੂੰ। ਸਹੀ ਜੋ ਉਹਨਾਂ ਦੇ ਚਿਹਰੇ ਤੇ ਜਾਂ ਉਹਨਾਂ ਦੀ ਸੋਚ ਜੋ ਆਇਆ ਹੁੰਦੀ ਉਹ ਮੈਂ ਪੂਰੀ ਨਹੀਂ ਕਰ ਸਕਦਾ। ਤੇ ਇਨਸ਼ਾਅੱਲਾ ਕੋਈ ਆਰਟ ਲਵਰ ਜ਼ਰੂਰ ਆਏਗਾ ਮੇਰੇ ਕੋਲ। ਜ਼ਾਹਰ ਹੈ ਜੀ, ਉਮੀਦ ਰੱਖਣੀ ਚਾਹੀਦੀ ਹੈ, ਅੱਲਾਹ ਤਾਲਾ ਉਮੀਦਾਂ ਪੂਰੀਆਂ ਕਰ ਦੇ। ਅੱਛਾ, ਤੁਹਾਡੇ ਅੱਜ ਕੱਲ੍ਹ ਵਨ ਲਾਈਨਰ ਬੜੇ ਆ ਰਹੇ ਨੇ, ਇਹ ਤੁਹਾਡੇ ਆਪਣੇ ਹੀ ਹੈ ਕਿ ਕੋਈ ਬਸ ਇਕੱਠੇ ਕਰਦੇ? ਨਹੀਂ ਨਹੀਂ, ਮੈਂ ਤੁਹਾਨੂੰ ਦੱਸਿਆ ਕਿ ਇਹਦੇ 'ਚ 3% ਐਸੇ ਹੁੰਦੇ ਨੇ ਜਿਹੜੇ ਬਾਹਰੋਂ ਕੋਈ ਗੱਲ ਅੱਛੀ ਲੱਗ ਜਾਏ ਕਿਸੇ ਦੀ, ਉਹ ਬਾਕੀ 97% ਮੇਰੇ ਆਪਣੇ ਨੇ। ਆਪਣੇ ਜੀ। ਕੋਈ ਐਸਾ ਵਨ ਲਾਈਨਰ ਜੀ ਜਿਹੜਾ ਅੱਜ ਕੱਲ੍ਹ ਇੱਕ ਬੜਾ ਨਾਜ਼ਰੀਨ ਦੇ ਨਾਲ ਸ਼ੇਅਰ ਕੀਤਾ ਜਾ ਸਕੇ? ਇੱਕ ਤੇ ਹੁੰਦਾ ਨਾ ਵਾਇਰਲ ਪੋਸਟ ਹੋ ਜਾਂਦੀ ਹੈ, ਹਾਂਜੀ ਹਾਂਜੀ, ਵਾਇਰਲ ਪੋਸਟ ਕਾਫੀ ਮੇਰੀ ਗੱਲਾਂ ਹੋ ਜਾਂਦੀਆਂ ਨੇ। ਇਹ ਵਾयरस पोस्ट है। वायरस पोस्ट है जी, ठीक है, कि जहां आपको लगे कि आपकी जगह नहीं है, हाँ हाँ, वहां हल्का सा धक्का देकर अपनी जगह बना ले। इसमें इतना इमोशनल होने की क्या जरूरत है? क्या बात, वेरी गुड। ठीक है जी। ये जी, ये हमारे साथ थे सुलेमान सनी साहब। इनकी बातें मुझे तो बहुत मज़ा आया, आप भी इंशाल्लाह इंजॉय करेंगे। शुक्रिया सनी भाई। थैंक यू जी, बहुत शुक्रिया आपका, थैंक यू।